ਸਾਡੀ ਜਿਹੜੀ ਫਸਟ ਪ੍ਰੈਫਰੈਂਸ ਆ ਉਹ ਇੰਟਰਨੈਸ਼ਨਲ ਸਟੂਡੈਂਟਸ ਆ ਕਿਉਂਕਿ ਅਸੀਂ ਚਾਹੁੰਦੇ ਹਾਂ ਵੀ ਜਿਹੜੀ ਉਹ ਨੈਗੇਟਿਵਿਟੀ ਕੁਛ ਉੱਥੇ ਲੋਕਾਂ ਨੇ ਫੈਲਾਈ ਆ ਉਹ ਦੂਰ ਕੀਤੀ ਜਾਵੇ ਤਾਂ ਕਿ ਉਹਨਾਂ ਨੂੰ ਆਪਣਾਪਨ ਮਹਿਸੂਸ ਹੋਵੇ ਕਿਉਂਕਿ ਸਟੂਡੈਂਟਸ ਜਿਹੜੇ ਆ ਉਹ ਸਾਡੀ ਜਿਹੜੀ ਇੱਥੇ ਦੀ ਇਕੋਨਮੀ ਆ ਉਹਦੀ ਉਹ ਬੈਕਬੋਨ ਆ। ਤੁਸੀਂ ਦੇਖਦੇ ਆ ਵੀ ਜਿੰਨੇ ਵੀ ਲੋ ਪੇਇੰਗ ਜੋਬਸ ਆ ਜਿਹੜੇ ਕੈਨੇਡੀਅਨ ਬੱਚੇ ਨਹੀਂ ਕਰਦੇ ਉਹ ਸਾਰੇ ਸਟੂਡੈਂਟਸ ਕਰਦੇ ਆ ਔਰ ਪੜ੍ਹਦੇ ਵੀ ਆ ਔਰ ਪੜ੍ਹਾਈ ਲਈ ਵੀ ਉਹ ਇਕੋਨਮੀ ਲਈ ਬਹੁਤ ਪੈਸਾ ਲੈ ਕੇ ਆਉਂਦੇ ਆ। ਸੋ ਉਹਨਾਂ ਦੀ ਸਪੋਰਟ ਕਰਨਾ ਸਾਡਾ ਅਖਲਾਕੀ ਫਰਜ਼ ਵੀ ਬਣਦਾ। ਬੀਇੰਗ ਏ ਬਿਜ਼ਨਸਮੈਨ ਵੀ ਬੜੀ ਸਿੰਪਲ ਜਿਹੀ ਫਿਲਾਸਫੀ ਆ, ਜਿਹਦੇ ਕੋਲ ਐਕਸਟਰਾ ਆ ਉਹ ਇੱਥੇ ਆ ਕੇ ਦੇ ਜਾਂਦਾ, ਜਿਹਨੂੰ ਜ਼ਰੂਰਤ ਆ ਉਹ ਲੈ ਜਾਂਦਾ। ਇਹ ਟੋਟਲੀ ਕੌਨਫੀਡੈਂਸ਼ੀਅਲ ਆ, ਕਿਸੇ ਨੂੰ ਵੀ ਸਾਡੇ ਬੋਰਡ ਆਫ ਡਾਇਰੈਕਟਰਸ ਨੂੰ ਵੀ ਨਹੀਂ ਪਤਾ ਵੀ ਕਿਹੜਾ ਬੱਚਾ ਜਿਹੜਾ ਆ ਇੱਥੋਂ ਮਦਦ ਲੈ ਕੇ ਜਾ ਰਿਹਾ। ਗੁਰੂ ਨਾਨਕ ਦਾ ਲੰਗਰ ਇਜ਼ ਨੋ ਹੰਗਰ। ਸੋ ਸਾਡੀ ਇੱਦਾਂ ਨਹੀਂ ਕੋਈ ਵੀ ਆ ਸਕਦਾ ਇੱਥੇ, ਇਜ਼ ਮੋਰ ਦੈਨ ਵੈਲਕਮ। ਇਹ ਤਾਂ ਬਾਬੇ ਨਾਨਕ ਦੀ ਕਿਰਪਾ ਹੀ ਆ ਬਈ ਜਿਹੜਾ ਦੇਣ ਵਾਲਾ ਉਹ ਦੇਈ ਜਾਂਦਾ, ਲੈਣ ਵਾਲਾ ਲਈ ਜਾਂਦਾ, ਬਸ ਕੋਈ ਕਮੀ ਨਹੀਂ ਇੱਥੇ। ਬੇਸਿਕ ਚੀਜ਼ਾਂ ਦੀ ਤਾਂ ਕਿਸੇ ਨੂੰ ਟੈਨਸ਼ਨ ਲੈਣ ਦੀ ਲੋੜ ਹੀ ਨਹੀਂ ਗੀ, ਉਹ ਅਸੀਂ ਦਿੰਨੇ ਹੀ ਦਿੰਨੇ ਆ। ਉਸ ਤੋਂ ਇਲਾਵਾ ਜੋ ਕੁਝ ਸਾਡੇ ਕੋਲੇ ਹੁੰਦਾ ਆ, ਜੋ ਕੁਝ ਅਸੀਂ ਦੇ ਸਕਦੇ ਹਾਂ ਅਸੀਂ ਉਹਨਾਂ ਨੂੰ ਦੱਸਦੇ ਹਾਂ ਐਂਡ ਜੇ ਉਹਨਾਂ ਨੂੰ ਚਾਹੀਦਾ ਅਸੀਂ ਉਸ ਹਿਸਾਬ ਨਾਲ ਉਹਨਾਂ ਨੂੰ ਦੇ ਦਿੰਦੇ ਹਾਂ। ਕੈਨੇਡਾ ਦੇ ਵਿੱਚ ਹਰ ਸਾਲ ਹੀ ਬਹੁਤ ਸਾਰੇ ਨਵੇਂ ਇਮੀਗ੍ਰੈਂਟ ਤੇ ਇੰਟਰਨੈਸ਼ਨਲ ਸਟੂਡੈਂਟ ਇੱਥੇ ਸੈਟਲ ਹੋਣ ਦੇ ਵਾਸਤੇ ਆਉਂਦੇ ਹਨ। ਉਹਨਾਂ ਨੇ ਆਪਣੀ ਅੱਖਾਂ ਦੇ ਵਿੱਚ ਕਾਫੀ ਸੁਪਨੇ ਸਜਾਏ ਹੁੰਦੇ ਨੇ ਤੇ ਇੱਕ ਚੰਗੇ ਭਵਿੱਖ ਦੀ ਤਲਾਸ਼ ਦੇ ਵਿੱਚ ਕੈਨੇਡਾ ਦੇ ਵਿੱਚ ਸੈਟਲ ਹੋਣ ਦੇ ਵਾਸਤੇ ਆਉਂਦੇ ਹਨ। ਸ਼ੁਰੂਆਤੀ ਦੌਰ ਕਾਫੀ ਮੁਸ਼ਕਲਾਂ ਭਰਿਆ ਹੋ ਸਕਦਾ ਹੈ, ਪਰ ਇਸ ਦੇ ਨਾਲ ਹੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਵੱਲੋਂ ਗੁਰੂ ਨਾਨਕ ਜੀ ਦੇ ਕਦਮਾਂ ਤੇ ਚੱਲਦੇ ਹੋਏ ਫੂਡ ਬੈਂਕ ਦਾ ਨਿਰਮਾਣ ਕੀਤਾ ਗਿਆ ਹੈ, ਜਿਸ ਦਾ ਨਾਮ ਗੁਰੂ ਨਾਨਕ ਫੂਡ ਬੈਂਕ ਰੱਖਿਆ ਗਿਆ ਹੈ। ਇਸ ਦੇ ਵਿੱਚ ਲੋੜਵੰਦ ਲੋਕਾਂ ਦੀ ਮਦਦ ਕੀਤੀ ਜਾਂਦੀ ਹੈ। ਇਸ ਬਾਰੇ ਵਧੇਰੇ ਜਾਣਕਾਰੀ ਲੈਣ ਦੇ ਵਾਸਤੇ ਆਓ ਗੱਲਬਾਤ ਕਰਦੇ ਹਾਂ ਗੁਰੂ ਨਾਨਕ ਫੂਡ ਬੈਂਕ ਦੇ ਜਨਰਲ ਸੈਕਟਰੀ ਜਤਿੰਦਰ ਮਿਨਹਾਸ ਦੇ ਨਾਲ। ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਜਤਿੰਦਰ ਜੀ। ਥੈਂਕ ਯੂ, ਤੁਹਾਡਾ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਜਤਿੰਦਰ ਜੀ, ਜੇਕਰ ਅਸੀਂ ਗੁਰੂ ਨਾਨਕ ਫੂਡ ਬੈਂਕ ਦੀ ਗੱਲ ਕਰੀਏ, ਇਸ ਦਾ ਨਿਰਮਾਣ ਕਦੋਂ ਕੀਤਾ ਗਿਆ ਤੇ ਕੀ ਸੋਚ ਸੀ ਇਸ ਦੇ ਪਿੱਛੇ ਨਿਰਮਾਣ ਕਰਨ ਦੇ? ਵੈਲ ਬੇਸਿਕਲੀ ਪ੍ਰੈਕਟੀਕਲ ਜਿਹੜਾ ਇਹਦੀ ਸ਼ੁਰੂਆਤ ਹੈ ਉਹ ਤਾਂ ਹੋਈ ਹੈ ਜੁਲਾਈ 1 2020, ਤੁਸੀਂ ਆ ਦੇਖ ਸਕਦੇ ਹੋ। ਪਰ ਵੈਸੇ ਅਸੀਂ ਜਿਹੜੇ ਪ੍ਰੋਗਰਾਮਸ ਆ ਇਹ ਕੋਵਿਡ ਤੋਂ ਪਹਿਲਾਂ ਹੀ ਸ਼ੁਰੂ ਕਰਤੇ ਸੀ। ਅਸੀਂ ਇੱਕ ਵੈਲਕਮ ਪੈਕੇਜ ਇੰਟਰੋਡਿਊਸ ਕੀਤਾ ਸੀ ਕੋਵਿਡ ਤੋਂ ਪਹਿਲਾਂ 6 ਮਹੀਨੇ ਪਹਿਲਾਂ, ਗਿਆਨੀ ਨਿੰਦਰ ਸਿੰਘ ਜੀ ਦੀ ਲੀਡਰਸ਼ਿਪ 'ਚ। ਉਹ ਅਸੀਂ ਦੁੱਖ ਨਿਵਾਰਨ ਤੋਂ ਚਲਾਉਂਦੇ ਸੀ। ਅਸੀਂ ਜਿਹੜੇ ਬੱਚੇ ਨਵੇਂ ਆਉਂਦੇ ਸੀ ਵਿਦਿਨ 1 ਮੰਥ ਉਹ ਗੁਰਦੁਆਰਾ ਸਾਹਿਬ ਤੋਂ ਆ ਕੇ ਮੈਟਰਸ ਔਰ ਪਿਲੋ ਔਰ ਬੇਸਿਕ ਚੀਜ਼ਾਂ ਲਿਜਾ ਸਕਦੇ ਸੀ। ਫਿਰ ਅਸੀਂ ਸਲੋਲੀ ਦੇਖਿਆ ਵੀ ਬੱਚਿਆਂ ਨੂੰ ਗਰੋਸਰੀ ਵੀ ਚਾਹੀਦੀ ਹੁੰਦੀ ਆ, ਫਿਰ ਅਸੀਂ ਗਰੋਸਰੀ ਵੀ ਦੇਣੀ ਸ਼ੁਰੂ ਕਰਤੀ। ਇਨ ਦਾ ਮੇਨ ਟਾਈਮ ਕੋਵਿਡ ਆ ਗਿਆ, ਮਾਰਚ 'ਚ ਕੋਵਿਡ ਆ ਗਿਆ, ਤਾਂ ਫਿਰ ਸਾਰਾ ਕੁਝ ਬੰਦ ਹੋ ਗਿਆ। ਫਿਰ ਸਾਨੂੰ ਇਹ ਮਹਿਸੂਸ ਹੋਇਆ ਵੀ ਹੁਣ ਤਾਂ ਹੋਰ ਵੀ ਜ਼ਿਆਦਾ ਜ਼ਰੂਰਤ ਆ। ਫਿਰ ਗਿਆਨੀ ਜੀ ਨੇ ਗੁਰਦੁਆਰਾ ਸਾਹਿਬ ਵੱਲੋਂ ਇੱਕ ਤਾਂ ਬਾਹਰ ਲੰਗਰ ਲਾਤਾ ਕਿਉਂਕਿ ਬਾਕੀ ਸਾਰੇ ਗੁਰਦੁਆਰਾ ਸਾਹਿਬ ਦੀ ਕਿਚਨਸ ਬੰਦ ਹੋ ਗਈਆਂ ਸੀ, ਉਹ ਕੰਟੀਨਿਊਟੀ ਹੋ ਗਈ। ਫਿਰ ਉਸ ਤੋਂ ਬਾਅਦ ਅਸੀਂ ਕਮਿਊਨਿਟੀ 'ਚ ਗੱਲਬਾਤ ਕਰਕੇ ਸਾਡੇ ਜਿਹੜੇ ਸਾਰੇ ਬੋਰਡ ਆਫ ਡਾਇਰੈਕਟਰਸ ਆ, ਅਨੂਪ ਸਿੰਘ ਜੀ ਲੁੱਡੂ ਆ, ਇੰਦਰਜੀਤ ਢਿੱਲੋਂ ਸਾਹਿਬ ਆ, ਬਿੱਲਾ ਸੰਧੂ ਜੀ ਆ, ਸੈਮ ਮੰਝ ਜੀ ਆ, ਤਾਂ ਆਫਕੋਰਸ ਗਿਆਨੀ ਜੀ ਪ੍ਰੈਜ਼ੀਡੈਂਟ, ਤਾਂ ਮਾਈ ਸੈਲਫ ਐਂਡ ਨੀਰਜ ਵਾਲੀਆ, ਅਸੀਂ ਸਾਰਿਆਂ ਨੇ ਇਹ ਫੈਸਲਾ ਕੀਤਾ ਵੀ ਅਸੀਂ ਕੁਛ ਨਾ ਕੁਛ ਪਰਮਾਨੈਂਟ ਕਰੀਏ। ਸੋ ਇੱਦਾਂ ਗੁਰੂ ਨਾਨਕ ਫੂਡ ਬੈਂਕ ਜਿਹੜੀ ਹੈ ਇਹ ਪੈਂਡੈਮਿਕ ਦੇ ਟਾਈਮ 'ਚ ਹੋਂਦ 'ਚ ਆਈ। ਜੁਲਾਈ 1 ਤੋਂ ਅਸੀਂ ਇਹਦੀ ਸ਼ੁਰੂਆਤ ਕੀਤੀ ਜੀ। ਅਤੇ ਇਸ ਫੂਡ ਬੈਂਕ ਦੇ ਵਿੱਚ ਗਰੋਸਰੀ ਵਗੈਰਾ ਜਿਹੜਾ ਘਰ ਦਾ ਸਮਾਨ ਹੁੰਦਾ ਹੈ ਉਹ ਇੰਟਰਨੈਸ਼ਨਲ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਜਾਂ ਨਵੇਂ ਇਮੀਗ੍ਰੈਂਟਸ ਕੋਈ ਵੀ ਆਉਂਦਾ ਹੈ ਉਸ ਨੂੰ ਦਿੱਤਾ ਜਾਂਦਾ ਹੈ? ਸਾਡੀ ਜਿਹੜੀ ਫਸਟ ਪ੍ਰੈਫਰੈਂਸ ਹੈ ਉਹ ਇੰਟਰਨੈਸ਼ਨਲ ਸਟੂਡੈਂਟਸ ਆ ਕਿਉਂਕਿ ਅਸੀਂ ਚਾਹੁੰਦੇ ਹਾਂ ਵੀ ਜਿਹੜੀ ਉਹ ਨੈਗੇਟਿਵਿਟੀ ਕੁਛ ਉੱਥੇ ਲੋਕਾਂ ਨੇ ਫੈਲਾਈ ਆ ਉਹ ਦੂਰ ਕੀਤੀ ਜਾਵੇ ਤਾਂ ਕਿ ਉਹਨਾਂ ਨੂੰ ਆਪਣਾਪਨ ਮਹਿਸੂਸ ਹੋਵੇ ਕਿਉਂਕਿ ਸਟੂਡੈਂਟਸ ਜਿਹੜੇ ਆ ਉਹ ਸਾਡੀ ਜਿਹੜੀ ਇੱਥੇ ਦੀ ਇਕੋਨਮੀ ਆ ਉਹਦੀ ਉਹ ਬੈਕਬੋਨ ਆ। ਤੁਸੀਂ ਦੇਖਦੇ ਆ ਵੀ ਜਿੰਨੇ ਵੀ ਲੋ ਪੇਇੰਗ ਜੋਬਸ ਆ ਜਿਹੜੇ ਕੈਨੇਡੀਅਨ ਬੱਚੇ ਨਹੀਂ ਕਰਦੇ ਉਹ ਸਾਰੇ ਸਟੂਡੈਂਟਸ ਕਰਦੇ ਆ ਔਰ ਪੜ੍ਹਦੇ ਵੀ ਆ ਔਰ ਪੜ੍ਹਾਈ ਲਈ ਵੀ ਉਹ ਇਕੋਨਮੀ ਲਈ ਬਹੁਤ ਪੈਸਾ ਲੈ ਕੇ ਆਉਂਦੇ ਆ। ਸੋ ਉਹਨਾਂ ਦੀ ਸਪੋਰਟ ਕਰਨਾ ਸਾਡਾ ਅਖਲਾਕੀ ਫਰਜ਼ ਵੀ ਬਣਦਾ। ਬੀਇੰਗ ਏ ਬਿਜ਼ਨਸਮੈਨ ਵੀ, ਬੀਇੰਗ ਏ ਸੋਸ਼ਲ ਐਕਟਿਵਿਸਟ ਆਲਸੋ ਐਂਡ ਧਾਰਮਿਕ ਤੌਰ 'ਤੇ ਵੀ, ਕਿਉਂਕਿ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਫਿਲਾਸਫੀ ਆ ਉਹ ਵੰਡ ਕੇ ਛਕਣ ਦੀ ਆ। ਔਰ ਜੇ ਤੁਹਾਡੇ ਕੋਲ ਕੋਈ ਚੀਜ਼ ਐਕਸਟਰਾ ਹੈਗੀ ਆ ਔਰ ਜ਼ਰੂਰ ਦੇਣੀ ਚਾਹੀਦੀ ਆ। ਬੜੀ ਸਿੰਪਲ ਜਿਹੀ ਫਿਲਾਸਫੀ ਆ, ਜਿਹਦੇ ਕੋਲ ਐਕਸਟਰਾ ਆ ਉਹ ਇੱਥੇ ਆ ਕੇ ਦੇ ਜਾਂਦਾ, ਜਿਹਨੂੰ ਜ਼ਰੂਰਤ ਆ ਉਹ ਲੈ ਜਾਂਦਾ। ਔਰ ਸਾਨੂੰ ਇਸ ਗੱਲ ਦੀ ਵੀ ਬੜੀ ਖੁਸ਼ੀ ਆ ਵੀ ਅਸੀਂ ਸ਼ੁਰੂਆਤ ਜਿਹੜੀ ਆ 125 ਫੈਮਿਲੀ ਤੋਂ ਕੀਤੀ ਸੀ ਔਰ ਅੱਜ ਜਿਹੜੀ ਇਹਦੀ ਗਰੋਥ ਆ
ਆਲਮੋਸਟ 2100 ਦੇ ਕਰੀਬ ਪਹੁੰਚ ਚੁੱਕੀ ਆ। ਜੀ ਤੇ ਇਸ ਦੇ ਨਾਲ ਜਤਿੰਦਰ ਜੀ ਅਸੀਂ ਇਹ ਵੀ ਜਾਣਨਾ ਚਾਹਾਂਗੇ ਕਿ ਜਿਹੜੇ ਬੱਚੇ ਇੱਥੇ ਆਉਂਦੇ ਨੇ ਉਹਦੇ ਵਾਸਤੇ ਕੋਈ ਫਾਰਮੈਲਿਟੀਜ਼ ਹੈ, ਕੋਈ ਪ੍ਰੋਸੀਜਰ ਹੈ? ਕਈ ਵਾਰ ਬੱਚਿਆਂ ਨੂੰ ਲੱਗਦਾ ਕਿ ਉਹ ਪਤਾ ਨਹੀਂ ਸਾਨੂੰ ਕੀ ਪੁੱਛ ਲੈਣਗੇ, ਕੀ ਫਾਰਮੈਲਿਟੀਜ਼ ਹੋਣਗੀਆਂ ਸਮਾਨ ਲੈਣ ਦੇ ਵਾਸਤੇ, ਉਹਦੇ ਬਾਰੇ ਵੀ ਕਲੈਰਿਟੀ ਦਿਓ। ਦੇਖੋ ਜੀ, ਜਿਹੜਾ ਤਾਂ ਹੈਗਾ ਵੈਲਕਮ ਕੈਨੇਡਾ ਪੈਕੇਜ, ਉਹਦੀ ਫਾਰਮੈਲਿਟੀ ਇਹ ਆ ਵੀ ਬੱਚਾ ਨਵਾਂ ਹੋਣਾ ਚਾਹੀਦਾ, ਕਿਉਂਕਿ ਅਸੀਂ ਕਹਿੰਦੇ ਹਾਂ ਵੀ ਜਦੋਂ ਬੱਚੇ ਥੋੜ੍ਹਾ ਜਿਹਾ ਐਸਟੈਬਲਿਸ਼ ਹੋ ਜਾਂਦਾ ਫਿਰ ਬੱਚਾ ਆਪਣਾ ਰਸਤਾ ਲੱਭ ਲੈਂਦੇ ਆ। ਸੋ ਉਹ ਅਸੀਂ ਟਾਈਮ ਰੱਖਿਆ 1 ਮਹੀਨੇ ਦਾ, ਲੈਂਡਿੰਗ ਤੋਂ ਬਾਅਦ ਵਿਦਿਨ 1 ਮੰਥ। ਥੋੜ੍ਹਾ ਬਹੁਤ ਗ੍ਰੇਸ ਪੀਰੀਅਡ, ਬੱਚਾ 2-4-5 ਦਿਨ ਲੇਟ ਹੋ ਜਾਵੇ ਤਾਂ ਨਹੀਂ ਅਸੀਂ ਮਾਈਂਡ ਕਰਦੇ, ਪਰ ਉਹ ਤਾਂ ਬੜਾ ਸਟ੍ਰਿਕਟ ਆ ਜਿਹੜਾ ਵੈਲਕਮ ਪੈਕੇਜ ਆ। ਬਾਕੀ ਜਿਹੜਾ ਗਰੋਸਰੀ ਦਾ ਉਹ ਬੜਾ ਬੇਸਿਕ, ਸਿਰਫ ਆਪਣੀ ਆਈਡੀ ਦਿਖਾ ਦੇਣ ਤਾਂ ਬਾਕੀ ਬੱਚੇ 20 ਘੰਟੇ ਕੰਮ ਕਰਦੇ ਹੁੰਦੇ ਆ, ਉਹਨਾਂ ਦੀ ਇਨਕਮ ਤਾਂ ਪਹਿਲਾਂ ਹੀ ਲੋ ਹੁੰਦੀ ਆ। ਸੋ ਇਹੀ 2-3 ਚੀਜ਼ਾਂ ਆ। ਪਰ ਇੱਥੇ ਮੈਂ ਇੱਕ ਚੀਜ਼ ਜ਼ਰੂਰ ਐਡ ਕਰਨੀ ਚਾਹੁੰਦਾ, ਜਿਹੜੇ ਤੁਹਾਡੇ ਪ੍ਰੋਗਰਾਮ ਦੇਖ ਰਹੇ ਆ, ਬਈ ਇਹ ਟੋਟਲੀ ਕੌਨਫੀਡੈਂਸ਼ੀਅਲ ਆ। ਕਿਸੇ ਨੂੰ ਵੀ, ਸਾਡੇ ਬੋਰਡ ਆਫ ਡਾਇਰੈਕਟਰਸ ਨੂੰ ਵੀ ਨਹੀਂ ਪਤਾ ਬਈ ਕਿਹੜਾ ਬੱਚਾ ਜਿਹੜਾ ਆ ਇੱਥੋਂ ਮਦਦ ਲੈ ਕੇ ਜਾ ਰਿਹਾ। ਇਹ ਗੱਲ ਬਹੁਤ ਜ਼ਰੂਰੀ ਆ। ਅਸੀਂ ਇਹਨੂੰ ਸਟ੍ਰਿਕਟਲੀ ਕੌਨਫੀਡੈਂਸ਼ੀਅਲ ਰੱਖਿਆ ਤਾਂ ਕਿ ਕਿਸੇ ਵੀ ਬੱਚੇ ਨੂੰ ਇਹ ਨਾ ਫੀਲ ਹੋਵੇ ਵੀ ਮੇਰੇ ਬਾਰੇ ਕਿਸੇ ਨੂੰ ਪਤਾ ਆ ਵੀ ਇਹ ਗੁਰੂ ਨਾਨਕ ਫੂਡ ਬੈਂਕ ਤੋਂ ਹੈਲਪ ਲੈ ਰਹੇ ਆ। ਬਿਲਕੁਲ। ਤੇ ਆਈਟਮਸ ਕਿਸ ਤਰ੍ਹਾਂ ਦੀ ਰੱਖेंगे? ਦਾਲਾਂ, ਚਾਵਲ, ਸਾਰਾ ਕੁਝ ਇੱਥੋਂ ਮਿਲਦਾ ਉਹਨਾਂ ਨੂੰ? ਇਹ ਤੁਹਾਡਾ ਬਹੁਤ ਚੰਗਾ ਕੁਐਸਚਨ ਆ। ਦੇਖੋ, ਫੂਡ ਬੈਂਕਸ ਤਾਂ ਗ੍ਰੇਟਰ ਵੈਨਕੂਵਰ 'ਚ ਬਹੁਤ ਹੈਗੀਆਂ, ਤਕਰੀਬਨ ਹਰੇਕ ਸ਼ਹਿਰ ਦੀ ਫੂਡ ਬੈਂਕ ਆ। ਪਰ ਹਰੇਕ ਫੂਡ ਬੈਂਕ ਜਿਹੜੀ ਆ ਨਾ, ਉਹਨਾਂ ਦਾ ਮੇਨ ਸਟਰੀਮ ਵਾਲਾ ਹੀ ਸਮਾਨ ਹੈ ਉਹਨਾਂ ਕੋਲ। ਹੁਣ ਜੇ ਤੁਸੀਂ ਸਰੀ ਫੂਡ ਬੈਂਕ 'ਤੇ ਜਾਓਗੇ, ਉੱਥੇ ਤੁਹਾਨੂੰ ਹਲਦੀ, ਮਸਾਲੇ, ਇੱਦਾਂ ਦੀਆਂ ਚੀਜ਼ਾਂ ਨਹੀਂ ਮਿਲੂਗੀਆਂ। ਉੱਥੇ ਤਾਂ ਜੋ ਮੇਨ ਸਟਰੀਮ ਦਾ ਕੈਨੇਡੀਅਨ ਫੂਡ ਆ, ਬਹੁਤ ਚੰਗਾ ਕੰਮ ਉਹ ਕਰ ਰਿਹਾ ਸਰੀ ਫੂਡ ਬੈਂਕ ਵਾਲੇ। ਅਸੀਂ ਹਮੇਸ਼ਾ ਉੱਥੇ ਡੋਨੇਟ ਕਰਦੇ ਰਹੇ। ਪਰ ਜਿਹੜੀ ਸਾਨੂੰ ਜ਼ਰੂਰਤ ਹੈ, ਜੇ ਸਾਊਥ ਏਸ਼ੀਅਨ ਜਿਹੜੀ ਐਥਨਿਕ ਲੋਕਾਂ ਨੂੰ ਜਿਹਨਾਂ ਚੀਜ਼ਾਂ ਦੀ ਜ਼ਰੂਰਤ ਹੈ, ਉੱਥੋਂ ਨਹੀਂ ਮਿਲਦੀਆਂ। ਸੋ ਇਹ ਵੀ ਇੱਕ ਬੜੀ ਜ਼ਰੂਰੀ ਸੀ ਬਈ ਤਾਂ ਕਿ ਐਥਨਿਕ ਕਮਿਊਨਿਟੀਜ਼ ਨੂੰ ਵੀ, ਸਪੈਸ਼ਲੀ ਸਾਊਥ ਏਸ਼ੀਅਨਸ ਨੂੰ ਵੀ ਅਸੀਂ ਸਰਵ ਕਰ ਸਕੀਏ। ਇਹ ਵੀ ਇੱਕ ਬਹੁਤ ਵੱਡਾ ਰੀਜ਼ਨ ਸੀ ਗੁਰੂ ਨਾਨਕ ਫੂਡ ਬੈਂਕ ਸ਼ੁਰੂ ਕਰਨ ਦਾ। ਜੀ ਬਿਲਕੁਲ। ਤੇ ਇੱਥੇ ਜੇਕਰ ਅਸੀਂ ਗੱਲ ਕਰੀਏ, ਬੱਚੇ ਆਉਂਦੇ ਨੇ ਜਾਂ ਨਵੇਂ ਇਮੀਗ੍ਰੈਂਟਸ ਆਉਂਦੇ ਨੇ, ਆਪਣੀ ਸਾਊਥ ਏਸ਼ੀਅਨ ਕਮਿਊਨਿਟੀ ਆਉਂਦੀ ਹੈ ਕਿ ਹੋਰ ਲੋਕ ਵੀ ਇੱਥੇ ਆ ਸਕਦੇ ਨੇ? ਨਹੀਂ ਜੀ, ਬੱਚੇ ਤਾਂ ਵੈਸੇ ਜ਼ਿਆਦਾ ਸਾਊਥ ਏਸ਼ੀਅਨ ਕਮਿਊਨਿਟੀ ਦੇ ਆਉਂਦੇ ਆ, ਪਰ ਬਾਕੀ ਲੈਣ ਲਈ ਹਰੇਕ ਕਮਿਊਨਿਟੀ ਇਜ਼ ਮੋਰ ਦੈਨ ਵੈਲਕਮ। ਤੁਸੀਂ ਦੇਖ ਸਕਦੇ ਆ, ਰਿਕਗਨਾਈਜ਼ ਆਲ ਹਿਊਮਨ ਰੇਸ ਇਜ਼ ਵਨ। ਔਰ ਸਾਡਾ ਇੱਕ ਹੋਰ ਵੀ ਨਾਰਾ ਆ, ਨੋ ਬਾਉਂਡਰੀਜ਼ ਐਂਡ ਗੁਰੂ ਨਾਨਕ ਦਾ ਲੰਗਰ ਇਜ਼ ਨੋ ਹੰਗਰ। ਸੋ ਸਾਡੀ ਇੱਦਾਂ ਨਹੀਂ, ਕੋਈ ਵੀ ਆ ਸਕਦਾ ਇੱਥੇ, ਇਜ਼ ਮੋਰ ਦੈਨ ਵੈਲਕਮ। ਹੁਣ ਲੇਟਲੀ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਹਾਂ ਬਈ ਜਿਹੜੇ ਲੇਟਲੀ ਸਾਡੇ ਕੋਲ ਬੱਚੇ ਜ਼ਿਆਦਾ ਆ ਰਹੇ ਆ, ਪੰਜਾਬ ਦੇ ਘੱਟ ਆ ਰਹੇ ਨਵੇਂ ਬੱਚੇ, ਪਰ ਸਾਊਥ ਤੋਂ ਬੱਚੇ ਬਹੁਤ ਜ਼ਿਆਦਾ ਆ ਰਹੇ ਆ। ਹਾਂਜੀ, ਔਰ ਉਹਨਾਂ ਨੂੰ ਲੈਂਗੁਏਜ ਦਾ ਵੀ ਇਸ਼ੂ ਆ, ਇੰਗਲਿਸ਼ ਇਕੱਲੀ ਉਹ ਬੋਲ ਸਕਦੇ ਆ ਤਾਂ, ਪਰ ਫਿਰ ਵੀ ਸਾਡਾ ਜਿਹੜਾ ਸਟਾਫ ਹੈ ਉਹਨਾਂ ਦੀ ਬਹੁਤ ਚੰਗੀ ਤਰ੍ਹਾਂ ਲੁੱਕ ਆਫਟਰ ਕਰ ਰਿਹਾ। ਜੀ। ਤੇ ਇਹ ਜਿਹੜਾ ਫੂਡ ਬੈਂਕ ਹੈ ਕਿੰਨੇ ਟਾਈਮ ਤੋਂ ਕਿੰਨੇ ਵਜੇ ਤੱਕ ਖੁੱਲ੍ਹਾ ਰਹਿੰਦਾ? ਕਦੋਂ ਬੱਚੇ ਆ ਸਕਦੇ ਨੇ? ਹਾਂਜੀ, ਅਸੀਂ 7 ਦਿਨ ਖੁੱਲ੍ਹੇ ਹਾਂ ਜੀ। ਵੀਕਐਂਡ 'ਤੇ 12 ਤੋਂ 6 ਆ, ਤਾਂ ਵੀਕਡੇਜ਼ 'ਚ 1 to 6 ਆ। ਸਿਰਫ ਸਟੈਚੂਟਰੀ ਹੋਲੀਡੇਜ਼ 'ਤੇ ਨਹੀਂ ਅਸੀਂ ਖੁੱਲ੍ਹੇ, ਲੌਂਗ ਵੀਕਐਂਡ 'ਤੇ 1 ਦਿਨ ਸਿਰਫ। ਬਾਕੀ ਜੇ ਲੌਂਗ ਵੀਕਐਂਡ ਮੰਡੇ ਆ ਤਾਂ ਮੰਡੇ ਨਹੀਂ ਖੁੱਲ੍ਹਦੇ, ਪਰ ਫਰਾਈਡੇ ਸੈਟਰਡੇ ਫਿਰ ਵੀ ਅਸੀਂ ਸੰਡੇ ਖੁੱਲ੍ਹੇ ਆ। So we are open 7 days a week. That's another thing. Most of the food banks are only open like 5 days or very short time, but we open 7 days a week. ਜੀ। ਤੇ ਕਿਸ ਤਰ੍ਹਾਂ ਦਾ ਰਿਸਪਾਂਸ ਭਾਜੀ ਇਸ ਨੂੰ ਮਿਲ ਰਿਹਾ? ਕਿੰਨੇ ਕੁ ਪੈਕੇजेस ਬੱਚੇ ਜਿਹੜੇ ਆਉਂਦੇ ਨੇ ਡੇਲੀ ਬੇਸ ਤੇ, ਹੁਣ ਤੱਕ ਕਿੰਨੇ ਕੁ ਪੈਕੇजेस ਵੰਡੇ ਜਾ ਚੁੱਕੇ ਨੇ? ਦੇਖੋ, ਅਸੀਂ ਜਦੋਂ ਨਵਾਂ ਸਟਾਰਟ ਕੀਤਾ ਉਦੋਂ ਐਵਰੇਜ 4-5 ਬੱਚੇ ਆਉਂਦੇ ਸੀ, ਪਰ ਹੁਣ ਅੱਜ ਕੱਲ੍ਹ ਤਾਂ 15 ਤੋਂ 20 ਕਹਿ ਸਕਦੇ ਹਾਂ ਵੀ ਲੋਕ ਆਉਂਦੇ ਆ। ਉਹਦੇ 'ਚ ਮੈਜੋਰਟੀ 90% ਬੱਚੇ ਆ, ਤਾਂ ਬਾਕੀ 10 ਤੋਂ 15% ਜਿਹੜੇ ਲੋਕਲ, ਜਿਹੜੇ ਲੋੜਵੰਦ ਆ, ਜਿਨ੍ਹਾਂ ਨੂੰ ਜ਼ਰੂਰਤ ਹੁੰਦੀ ਆ, ਉਹ ਲੈਣ ਆਉਂਦੇ ਆ। ਔਰ ਇਹ ਬੜੀ ਸਪੀਡ ਨਾਲ ਵੱਧ ਰਿਹਾ। ਔਰ ਇਸ ਦੇ ਨਾਲ ਜਿਹੜੇ ਡੋਨੇਸ਼ਨਾਂ ਦੇਣ ਵਾਲੇ ਆ, ਉਹ ਵੀ ਬੜੀ ਸਪੀਡ ਨਾਲ ਵੱਧ ਰਿਹਾ, ਜਿੱਦਾਂ ਪਤਾ ਲੱਗ ਰਿਹਾ। ਹੁਣ ਸਾਨੂੰ ਬੜੀ ਤੰਗੀ ਹੁੰਦੀ ਸੀ, ਕਿਉਂਕਿ ਲੋਕ ਸਾਨੂੰ ਕਹਿੰਦੇ ਸੀ ਸਾਡੇ ਕੋਲ ਆ ਕੇ ਸਮਾਨ ਪਿਕ ਕਰ ਲਓ। ਸਾਨੂੰ ਲੇਟਲੀ ਹੁਣ ਬਹੁਤ ਜ਼ਿਆਦਾ ਨੂਡਲਸ ਮਿਲੀਆਂ ਆ, ਹੋਰ ਕੰਪਨੀਆਂ ਵੈਨਫੈਕਸ ਇੰਟਰਨੈਸ਼ਨਲ ਉਹਨਾਂ ਨੇ, ਪਰ ਸਾਡੇ ਕੋਲ ਅੱਗੇ ਵਹੀਕਲ ਨਹੀਂ ਸੀ ਹੁੰਦਾ ਪਿਕ ਕਰਨ ਲਈ। ਹੁਣ ਅਸੀਂ ਨਵੀਂ ਬ੍ਰੈਂਡ ਨਿਊ ਵੈਨ ਲਈ ਆ, ਤੁਸੀਂ ਦੇਖਿਆ ਹੋਣਾ ਮੇਰੇ ਆਉਣ ਤੋਂ ਪਹਿਲਾਂ ਵੀ ਉਹਨੂੰ ਅਸੀਂ ਰੈਪ ਕਰਾਇਆ ਗੁਰੂ ਨਾਨਕ ਫੂਡ ਬੈਂਕ 'ਚ, ਔਰ ਬਹੁਤ ਵਧੀਆ ਰਿਸਪੌਂਸ ਹੈ ਜੀ। ਤੇ ਜਿਸਨੇ ਸਮਾਨ ਲੈਣਾ ਉਹਨੂੰ ਇੱਥੇ ਆਉਣਾ ਪੈਂਦਾ ਕਿ ਡਿਲੀਵਰੀ ਦੀ ਆਪਸ਼ਨ ਵੀ ਰੱਖੀ ਗਈ ਹੈ ਕਿ ਅਗਰ ਕੋਈ ਵੈਂਕੂਵਰ ਤੋਂ ਇੱਥੇ ਨਹੀਂ ਆ ਸਕਦਾ, ਉਸ ਦੇ ਬਾਰੇ ਵੀ ਕੋਈ ਵਿਚਾਰ ਹੈਗਾ? ਦੇਖੋ, ਜੇ ਕਿਸੇ ਨੂੰ ਕੋਈ ਫਿਜ਼ੀਕਲ ਚੈਲੰਜ ਆ, ਕੋਈ ਬਹੁਤ ਜ਼ਿਆਦਾ ਜਿਹਨੂੰ
ਪ੍ਰੋਬਲਮ ਆ ਉਹ ਤਾਂ ਅਸੀਂ ਅਰੇਂਜ ਕਰ ਲਵਾਂਗੇ, ਸਾਡੇ ਕੋਲ ਗੁਰਦੁਆਰਾ ਸਾਹਿਬ 'ਚ ਵਲੰਟੀਅਰ ਹੈਗੇ ਆ, ਪਰ 99.9% ਇੱਥੇ ਆਉਣਾ ਹੀ ਪੈਂਦਾ ਪਿਕ ਕਰਨ ਲਈ ਗਰੋਸਰੀ ਜਿਹੜੀ। ਜੀ, ਤੇ ਕਮਿਊਨਿਟੀ ਦਾ ਕਿਸ ਤਰ੍ਹਾਂ ਦਾ ਰਿਸਪਾਂਸ ਮਿਲ ਰਿਹਾ, ਕਿਉਂਕਿ ਕੋਈ ਵੀ ਕੰਮ ਅਸੀਂ ਜਦੋਂ ਸ਼ੁਰੂ ਕਰਦੇ ਹਾਂ ਬਹੁਤ ਸਾਰੀ ਇਨਵੈਸਟਮੈਂਟ ਵੀ ਹੁੰਦੀ ਹੈ, ਤੁਸੀਂ ਇੰਨਾ ਸਮਾਨ ਇਸ ਸਟੋਰ ਦੇ ਵਿੱਚ ਪਾਇਆ ਹੋਇਆ ਬੱਚਿਆਂ ਨੂੰ ਦੇਣ ਦੇ ਵਾਸਤੇ, ਕਮਿਊਨਿਟੀ ਦਾ ਕਿਸ ਤਰ੍ਹਾਂ ਦਾ ਡੋਨੇਸ਼ਨਸ ਦਾ, ਵਲੰਟੀਅਰਸ ਕਿਸ ਤਰ੍ਹਾਂ ਦਾ ਉਪਰਾਲਾ ਕਰ ਰਹੇ ਨੇ? ਦੇਖੋ ਪ੍ਰੀਤੀ ਜੀ, ਤਾਂ ਮੈਂ ਤੁਹਾਨੂੰ ਪਹਿਲਾਂ ਕਿਹਾ ਬਈ ਇਹ ਇਟਸ ਅਮੇਜ਼ਿੰਗ, ਇਹ ਤਾਂ ਬਾਬੇ ਨਾਨਕ ਦੀ ਕਿਰਪਾ ਹੀ ਆ ਬਈ ਜਿਹੜਾ ਦੇਣ ਵਾਲਾ ਉਹ ਦੇਈ ਜਾਂਦਾ, ਲੈਣ ਵਾਲਾ ਲਈ ਜਾਂਦਾ, ਬਸ ਕੋਈ ਕਮੀ ਨਹੀਂ ਇੱਥੇ। ਕਈ ਵਾਰੀ ਨੂਰ ਸਾਨੂੰ ਦੱਸਦੀ ਹੁੰਦੀ ਆ ਵੀ ਭਾਜੀ ਆਇਲ ਘਟ ਗਿਆ, ਪਰ ਦੂਸਰੇ ਦਿਨ ਉਹ 200 ਬੋਤਲ ਆਇਲ ਦੀ ਆਟੋਮੈਟਿਕਲੀ ਆ ਜਾਂਦੀ ਹੈ। ਇੱਦਾਂ ਹੀ ਬਾਕੀ ਜਿਹੜਾ ਆਟਾ ਆ, ਸ਼ੂਗਰ ਆ, ਚਾਵਲ ਆ, ਉਹ ਤਾਂ ਸਾਨੂੰ ਗੁਰਦੁਆਰਾ ਸਾਹਿਬ ਤੋਂ ਮਿਲ ਜਾਂਦੇ ਆ। ਔਰ ਬਾਕੀ ਜਿਹੜੇ ਸਾਡੇ ਲੋਕਲ ਹੋਲਸੇਲ ਹੈਗੇ ਆ, ਤੇਜਾ ਫੂਡ ਆ, ਸਰੀ ਸੁਪਰ ਮਾਰਕੀਟ ਆ, ਉਹ ਸਾਡੀ ਕਾਫੀ ਸਪੋਰਟ ਕਰਦੇ ਆ। ਹੀਰੋ ਆਟਾ ਵਾਲਿਆਂ ਨੇ ਵੀ ਸਾਨੂੰ ਪੈਂਡੈਮਿਕ 'ਚ ਆਟਾ ਦਿੱਤਾ, ਉਦੋਂ ਸਾਨੂੰ ਆਟੇ ਦੀ ਬੜੀ ਤੰਗੀ ਸੀਗੀ। ਸੋ ਜਿੰਨੇ ਵੀ ਕਮਿਊਨਿਟੀ ਦੇ ਬਿਜ਼ਨਸਮੈਨ ਆ, ਸੋ ਅਸੀਂ ਹੁਣ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ 'ਤੇ ਇੱਕ ਫੂਡ ਡਰਾਈਵ ਕਰਨੀ ਆ, ਤਾਂ ਉਹਦੇ 'ਚ ਸਾਨੂੰ ਬੜੀ ਉਮੀਦ ਹੈ ਵੀ ਸਾਨੂੰ ਬੜਾ ਕਮਿਊਨਿਟੀ ਦਾ ਸਾਥ ਮਿਲੂਗਾ। ਬਿਲਕੁਲ। ਤੇ ਅਸੀਂ ਜਦੋਂ ਵੀ ਇੰਟਰਨੈਸ਼ਨਲ ਸਟੂਡੈਂਟਸ ਦੀ ਗੱਲ ਕਰਦੇ ਹਾਂ ਤਾਂ ਲੋਕੀ ਦੇ ਬੜੇ ਰਲੇ ਮਿਲੇ ਮਤਲਬ ਉਹਨਾਂ ਨੂੰ ਲੈ ਕੇ ਓਪੀਨੀਅਨਸ ਹੁੰਦੇ ਨੇ, ਪਰ ਤੁਸੀਂ ਇਸ ਦੀ ਸ਼ੁਰੂਆਤ ਕਰਕੇ ਵਾਕਈ ਮਤਲਬ ਬਹੁਤ ਕਾਬਿਲੇ ਤਾਰੀਫ ਕੰਮ ਕੀਤਾ ਹੈਗਾ, ਇਸ ਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਜੀ, ਜਿਹੜਾ ਯੂਥ ਹੁੰਦਾ ਨਾ ਉਹ ਥੋੜ੍ਹੀਆਂ ਬਹੁਤੀਆਂ ਗਲਤੀਆਂ ਤਾਂ ਜ਼ਰੂਰ ਕਰ ਦਿੰਦਾ, ਪਰ ਜੇ ਤੁਸੀਂ ਐਵਰੇਜ ਦੇਖਣੀ ਆ ਤਾਂ 99.99 ਜਿਹੜੇ ਬੱਚੇ ਆ ਉਹ ਬਹੁਤ ਚੰਗੇ ਆ। 0.1 ਨੂੰ ਲੋਕ ਉਭਾਰ ਕੇ ਜੇ ਫਿਰ ਉਹਨਾਂ ਨੇ ਬਹਾਨੇ ਬਣਾਉਣੇ ਆ ਤਾਂ ਉਹ ਬਹੁਤ ਮਾੜੀ ਗੱਲ ਆ, ਬਹੁਤ ਸੈਡ ਗੱਲ ਆ। ਇਹਨਾਂ ਨੂੰ ਇਹ ਸੋਚਣਾ ਚਾਹੀਦਾ ਵੀ ਦੇਖੋ ਵਿਚਾਰੇ ਗ੍ਰੇਡ 12 ਤੋਂ ਬਾਅਦ ਆਪਣੇ ਆਈਲੈਟਸ ਕਰਕੇ ਇੱਥੇ ਆ ਜਾਂਦੇ, ਉਹਨਾਂ ਦੀ ਏਜ ਕਿੰਨੀ ਛੋਟੀ ਹੁੰਦੀ ਆ। 18 ਤੋਂ 20 ਸਾਲ ਦਾ ਬੱਚਾ ਕੀ ਹੁੰਦਾ, ਕੁਛ ਵੀ ਨਹੀਂ ਹੁੰਦਾ। 20-22 ਸਾਲ ਦਾ ਨਾ, ਈਵਨ 23 ਸਾਲ ਦਾ। ਉਹਨਾਂ ਨੂੰ ਸਾਨੂੰ ਸਾਰਿਆਂ ਨੂੰ ਸਪੋਰਟ ਕਰਨੀ ਚਾਹੀਦੀ ਹੈ। ਔਰ ਇਹ ਬੜਾ ਚੇਂਜ ਹੋ ਰਿਹਾ ਲੇਟਲੀ, ਸਾਡੇ ਫੂਡ ਬੈਂਕ ਖੁੱਲ੍ਹਣ ਤੋਂ ਬਾਅਦ ਇਹ ਬਹੁਤ ਚੇਂਜਸ ਆਈਆਂ ਬਈ ਜਿਹੜੀ ਬਿਜ਼ਨਸ ਕਮਿਊਨਿਟੀ ਵੀ ਆ, ਤਾਂ ਆਮ ਜਿਹੜੇ ਲੋਕ ਸਪੈਸ਼ਲੀ ਜਿਹੜੇ ਲੈਂਡਲੋਰਡਸ ਆ, ਪਹਿਲਾਂ ਉਹ ਬੜੀਆਂ ਕੰਪਲੇਂਟਸ ਕਰਦੇ ਹੁੰਦੇ ਸੀ, ਹੁਣ ਬਹੁਤ ਚੇਂਜਸ ਆਈਆਂ। ਔਰ ਬੱਚੇ ਵੀ ਇੰਪਰੂਵ ਕਰ ਰਹੇ ਆ ਆਪਣੀਆਂ ਗਲਤੀਆਂ ਜਿਹੜੀਆਂ ਕੁਛ ਬੱਚੇ ਕਰਦੇ ਆ, ਜਿਹੜੀਆਂ ਹੁੱਲੜਬਾਜੀ ਜਾਂ ਜਾ ਕੇ ਆਪਣੇ ਗਾਣੇ ਉੱਚੇ ਲਾਉਂਦੇ ਆ ਜਾਂ ਕੁਛ ਚੀਜ਼ਾਂ ਹੈਗੀਆਂ, ਅਸੀਂ ਟਾਈਮ ਟੂ ਟਾਈਮ ਉਹਨੂੰ ਵੀ ਕ੍ਰਿਟੀਸਾਈਜ਼ ਕਰੀਦਾ, ਪਰ ਪਿਆਰ ਨਾਲ, ਮਤਲਬ ਵੀ। ਪਰ ਓਵਰਆਲ ਜੇ ਤੁਸੀਂ ਦੇਖੋ ਤਾਂ ਬੱਚੇ ਬਹੁਤ ਹਾਰਡ ਵਰਕ ਕਰਦੇ ਆ। ਦੇਖੋ ਪੜ੍ਹਦੇ ਵੀ ਆ, ਫਿਰ ਬੱਸ ਲੈਣੀ, ਫਿਰ ਸਕਾਈ ਟ੍ਰੇਨ ਲੈਣੀ। ਹੁਣ ਦੇਖੋ ਵੈਦਰ ਚੇਂਜ ਹੋ ਗਿਆ, ਕਿੰਨਾ ਔਖਾ ਆ ਜੇ ਕੋਈ ਬੱਚਾ UBC ਜਾਂਦਾ, ਸਰੀ ਰਹਿੰਦਾ, ਜਾਂ SFU ਜਾਂਦਾ, ਜਾਂ KPU ਜਾਂਦਾ। ਸੋ ਇਟਸ ਨਾਟ ਈਜ਼ੀ ਵੀ ਕੰਮ ਵੀ ਕਰਨਾ, ਪੜ੍ਹਨਾ ਵੀ, ਤਾਂ ਲਾਈਕ ਇਟਸ ਟਫ। ਬਟ ਇੱਕ ਹੋਰ ਵੀ ਮੈਂ ਤੁਹਾਨੂੰ ਗੱਲ ਐਡ ਕਰਨੀ ਚਾਹੁੰਦਾ, ਮੈਂ ਕਈ ਵਾਰੀ ਦੇਖਿਆ ਕਈ ਬੱਚੇ ਸਾਡੇ ਕੋਲ 4-6 ਮਹੀਨੇ ਹੈਲਪ ਲੈ ਕੇ ਤਾਂ ਮੁੜ ਕੇ ਵਾਪਸ ਵੀ ਦੇਣ ਆ ਜਾਂਦੇ ਆ। ਸੋ ਇਹ ਵੀ ਇੱਕ ਬਹੁਤ ਵਧੀਆ ਰੁਝਾਨ ਆ, ਔਰ ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਲੱਗਦਾ ਬਈ ਦੇਖੋ ਵੀ ਸਾਡੀ ਸਟਾਰਟਿੰਗ 'ਤੇ ਹੈਲਪ ਕੀਤੀ ਆ, ਤਾਂ ਅਸੀਂ ਵੀ ਹੁਣ ਜਿਹੜੇ ਫਿਊਚਰ 'ਚ ਆਉਣ ਵਾਲੇ ਸਟੂਡੈਂਟ ਉਹਨਾਂ ਦੀ ਹੈਲਪ ਕਰੀਏ। ਬਿਲਕੁਲ। ਤੇ ਐਂਡ ਦੇ ਵਿੱਚ ਜਿਹੜੇ VTV ਕੈਨੇਡਾ ਦੇ ਵਿਊਅਰਸ ਦੇਖ ਰਹੇ ਨੇ, ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਵੈਲ, ਮੇਰਾ ਮੈਸੇਜ ਇਹੀ ਆ, ਸਭ ਤੋਂ ਪਹਿਲਾਂ ਤਾਂ ਦੇਖੋ ਯੂ ਬੀਨ ਅਰਾਊਂਡ, ਯੂ ਡਨ ਸੋ ਵੈਲ ਵੀ ਅਸੀਂ ਤੁਹਾਨੂੰ ਵੈਲਕਮ ਕਰਦੇ ਹਾਂ ਲੋਅਰ ਮੇਨਲੈਂਡ 'ਚ। ਔਰ ਮੈਂ ਸਾਰੀ ਬਿਜ਼ਨਸ ਕਮਿਊਨਿਟੀ ਨੂੰ ਅਪੀਲ ਵੀ ਕਰਦਾ ਵੀ ਤੁਹਾਡੀ ਸਪੋਰਟ ਕਰਨ। ਔਰ ਗੁਰੂ ਨਾਨਕ ਫੂਡ ਬੈਂਕ ਇਜ਼ ਆਲਵੇਜ਼ ਦੇਅਰ ਫॉर ਐਵਰੀਬਡੀ ਹੂ ਐਵਰ ਨੀਡਸ ਦਾ ਹੈਲਪ। ਔਰ ਮੈਂ ਬਿਜ਼ਨਸ ਕਮਿਊਨਿਟੀ ਨੂੰ ਸਪੈਸ਼ਲੀ ਰਿਕੁਐਸਟ ਕਰਦਾ ਵੀ ਸਾਡੀ ਸਪੋਰਟ ਕਰੋ, ਤਾਂ ਕਿ ਚੰਗਾ ਨੋਬਲ ਕਾਜ਼ ਜਿਹੜਾ ਹੈ ਇੱਦਾਂ ਹੀ ਚੱਲਦਾ ਰਹੇ। ਸਾਰਿਆਂ ਨੂੰ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਐਕਚੁਅਲੀ ਇਹ ਇੱਕ ਬਹੁਤ ਵਧੀਆ ਆਈਡੀਆ ਸੀ ਜੋ ਜੁਲਾਈ 1 ਨੂੰ 2020 ਦੇ ਵਿੱਚ ਸ਼ੁਰੂ ਹੋਇਆ। ਐਂਡ ਇਹ ਮੈਂ ਪਹਿਲਾਂ ਹੀ ਦੱਸਣਾ ਚਾਹੁੰਦੀ ਹਾਂ ਕਿ ਸਿਰਫ ਇੰਟਰਨੈਸ਼ਨਲ ਸਟੂਡੈਂਟਸ ਲਈ ਨਹੀਂ ਹੈਗਾ, ਕੋਈ ਵੀ ਕਮਿਊਨਿਟੀ ਜਿਹਨੂੰ ਵੀ ਲੋੜ ਹੈਗੀ ਆ, ਹਰ ਇੱਕ ਇੱਥੇ ਆ ਸਕਦਾ ਆ। ਐਂਡ ਅਸੀਂ ਉਹਨੂੰ ਉਨੇ ਹੀ ਮਤਲਬ ਖੁੱਲ੍ਹੇ ਦਿਲ ਨਾਲ ਇੱਥੇ ਉਹਦਾ ਵੈਲਕਮ ਕਰਾਂਗੇ ਅਤੇ ਉਹਦੀ ਹੈਲਪ ਕਰਾਂਗੇ। ਰਹੀ ਗੱਲ ਕਿ ਆਪਾਂ ਜੇ ਕਹੀਏ ਕਿ ਵੀ ਕਿੰਨੇ ਲੋਕ ਸਾਡੇ ਕੋਲ ਆਉਂਦੇ ਨੇ ਅਤੇ ਕਿੰਨੇ ਇੰਟਰਨੈਸ਼ਨਲ ਸਟੂਡੈਂਟਸ ਆਉਂਦੇ ਨੇ। ਸੋ ਮੈਂ ਇੱਥੇ ਕੰਮ ਕਰ ਰਹੀ ਹਾਂ ਸਿੰਸ ਜਨਵਰੀ। ਉਦੋਂ ਤੋਂ ਲੈ ਕੇ ਹੁਣ ਤੱਕ ਦਾ ਜਿਹੜਾ ਮੈਂ ਇਨਕਰੀਜ਼ ਦੇਖਿਆ, ਇਟਸ ਡਰਾਸਟਿਕ। ਬਿਕਾਜ਼ ਪਹਿਲਾਂ ਜਿਵੇਂ ਜਿਹੜਾ ਕਾਊਂਟ ਵੀ ਸੀਗਾ, ਆਪਾਂ ਕਹਿ ਲਈਏ ਕਿ ਇੱਕ ਦਿਨ ਵਿੱਚ 5-6 ਇੰਟਰਨੈਸ਼ਨਲ ਸਟੂਡੈਂਟਸ ਆ ਗਏ, ਜਾਂ ਜਿਨ੍ਹਾਂ ਨੂੰ ਲੋੜ ਹੈ ਅਤੇ 5-6 ਉਹ ਲੋਕ ਆ ਗਏ। ਬਟ ਹੁਣ ਜਿੱਦਾਂ ਜਿੱਦਾਂ ਸਾਡੀ ਫੂਡ ਬੈਂਕ ਪੋਪੂਲਰ ਹੋ ਰਹੀ ਆ, ਇੰਟਰਨੈਸ਼ਨਲ ਸਟੂਡੈਂਟਸ ਮਤਲਬ ਮੈਂ ਕਿੰਨੀ ਵਾਰੀ ਸੁਣਿਆ ਕਿ ਇੱਕ ਦੂਜੇ ਨੂੰ ਰੈਫਰ ਕਰਦੇ ਨੇ। ਕੋਈ ਆਉਂਦਾ ਸਾਨੂੰ ਪਹਿਲਾਂ ਦੱਸਦਾ ਕਿ ਮੇਰਾ ਫਰੈਂਡ ਇੱਥੇ ਆ ਰਿਹਾ ਆ,
ਉਹਨੇ ਮੈਨੂੰ ਦੱਸਿਆ। ਸੋ ਇਟਸ ਅ ਰੀਅਲੀ ਗੁੱਡ ਥਿੰਗ ਕਿ ਮਤਲਬ ਮੈਂ ਇਸ ਗੱਲ ਨੂੰ ਵੀ ਮੈਨੂੰ ਲੱਗਦਾ ਕਿ ਬਹੁਤ ਵਧੀਆ ਚੀਜ਼ ਆ ਕਿ ਜਿਹੜੇ ਬੱਚੇ ਆਪਸ ਵਿੱਚ ਇੱਕ ਦੂਜੇ ਨੂੰ ਹੈਲਪ ਕਰ ਰਹੇ ਨੇ, ਉਹ ਇੱਕ ਦੂਜੇ ਨੂੰ ਕਹਿ ਰਹੇ ਨੇ ਕਿ ਤੁਸੀਂ ਇੱਥੋਂ ਹੈਲਪ ਲੈ ਸਕਦੇ ਹੋ। ਸੋ ਜਿਹੜਾ ਵੀ ਕੋਈ ਇੱਥੇ ਹੈਲਪ ਲੈਣ ਆਉਂਦਾ ਆ, ਉਹ ਇੱਕ ਬਹੁਤ ਬੇਸਿਕ ਚੀਜ਼ਾਂ ਆ ਜੋ ਸਾਨੂੰ ਚਾਹੀਦੀਆਂ ਹੁੰਦੀਆਂ ਨੇ ਡਿਪੈਂਡਿੰਗ ਅਪੋਨ ਦੇ ਸਟੇਟਸ ਇਨ ਕੈਨੇਡਾ। ਜਿਵੇਂ ਇੰਟਰਨੈਸ਼ਨਲ ਸਟੂਡੈਂਟ ਆਉਂਦੇ ਨੇ, ਸਾਨੂੰ ਕੁਛ ਨਹੀਂ ਉਹਨਾਂ ਦਾ ਚਾਹੀਦਾ, ਸਿਰਫ ਉਹਨਾਂ ਦਾ ਪਾਸਪੋਰਟ ਜਸਟ ਐਜ਼ ਪਿਕਚਰ ID ਐਂਡ ਸਟੱਡੀ ਪਰਮਿਟ ਚਾਹੀਦਾ ਹੁੰਦਾ ਆ, ਸੋ ਦੈਟ ਵੀ ਸ਼ੁੱਡ ਨੋ ਕਿ ਉਹ ਇੰਟਰਨੈਸ਼ਨਲ ਸਟੂਡੈਂਟ ਨੇ। ਜੇ ਕੋਈ ਵਰਕ ਪਰਮਿਟ 'ਤੇ ਆ ਤਾਂ ਉਹਨਾਂ ਨੇ ਆਪਣਾ ਵਰਕ ਪਰਮਿਟ ਪੇਪਰ ਦਿਖਾਉਣਾ ਆ, ਜਾਂ ਜੇ ਉਹ ਇੱਥੇ ਸਿਟੀਜ਼ਨਸ ਨੇ ਜਾਂ ਪਰਮਨੈਂਟ ਰੈਜ਼ੀਡੈਂਟਸ ਨੇ ਐਂਡ ਕੰਮ ਕਰ ਰਹੇ ਨੇ, ਸੋ ਉਹਨਾਂ ਨੂੰ ਬਸ ਆਪਣੇ ਇਨਕਮ ਪ੍ਰੂਫ ਦਿਖਾਉਣਾ ਆ ਕਿ ਵੀ ਜਿਵੇਂ ਉਹ ਪਰ ਮੰਥ ਕਿੰਨੀ ਇਨਕਮ ਅਰਨ ਕਰ ਰਹੇ ਆ, ਸੋ ਦੈਟ ਅਸੀਂ ਅਕੋਰਡਿੰਗਲੀ ਉਹਨਾਂ ਨੂੰ ਉਨੀ ਹੈਲਪ ਦੇ ਸਕੀਏ। ਇਸ ਤੋਂ ਜ਼ਿਆਦਾ ਅਸੀਂ ਕੁਛ ਨਹੀਂ ਮੰਗਦੇ ਕਿਸੇ ਤੋਂ ਜੀ। ਤੇ ਇਸ ਤੋਂ ਇਲਾਵਾ ਜਦੋਂ ਕੋਈ ਵੀ ਇੱਥੇ ਸਮਾਨ ਲੈਣ ਆਉਂਦਾ ਹੈ, ਉਹ ਔਨ ਦਾ ਸਪੋਰਟ ਸਮਾਨ ਲੈਂਦੇ ਨੇ ਜਾਂ ਪਹਿਲਾਂ ਉਹ ਤੁਹਾਨੂੰ ਇਨਫੋਰਮ ਕਰਦੇ ਨੇ, ਉਹ ਤੁਹਾਨੂੰ ਲਿਸਟ ਦਿੰਦੇ ਨੇ ਕਿ ਸਾਨੂੰ ਇਹ ਸਮਾਨ ਚਾਹੀਦਾ? ਯਾ ਸੋ ਜਿਵੇਂ ਸਾਡੀ ਇੱਥੇ ਇੱਕ ਬੇਸਿਕ ਲਿਸਟ ਬਣੀ ਹੋਈ ਆ, ਅਸੀਂ ਮਤਲਬ ਕਿ ਹਰ ਇੱਕ ਜੋ ਛੋਟੀ ਤੋਂ ਛੋਟੀ ਚੀਜ਼ ਇੱਕ ਇਨਸਾਨ ਨੂੰ ਚਾਹੀਦੀ ਹੋਗੀ ਆਪਣੀ ਰਸੋਈ ਦੇ ਵਿੱਚ, ਆਟਾ ਚਾਵਲ ਵਗੈਰਾ, ਉਹ ਸਾਡੀ ਲਿਸਟ ਫਿਕਸਡ ਆ। ਜਦੋਂ ਵੀ ਕੋਈ ਆਉਂਦਾ ਆ, ਉਹ ਉਹਦੀ ਮਰਜ਼ੀ ਆ ਕਿ ਉਹਨੂੰ ਅੱਜ ਹੀ ਲੈ ਕੇ ਜਾਣਾ ਆ ਸਮਾਨ ਜਾਂ ਕਿਸੇ ਹੋਰ ਦਿਨ, ਬਿਕੋਜ਼ ਕਈ ਵਾਰੀ ਹੁੰਦਾ ਕਿ ਬੰਦਾ ਪ੍ਰੀਪੇਅਰਡ ਨਹੀਂ ਹੁੰਦਾ ਹੈਗਾ ਸਮਾਨ ਲੈ ਕੇ ਜਾਣ ਵਾਸਤੇ। ਬਟ ਸਾਡੇ ਵੱਲੋਂ ਜਦੋਂ ਵੀ ਉਹਨੂੰ ਚਾਹੀਦਾ ਹੈ ਉਹ ਆਵੇ, ਆਪਣੀ ਰਜਿਸਟ੍ਰੇਸ਼ਨ ਕਰੇ ਇੱਥੇ ਐਂਡ ਸਮਾਨ ਲੈ ਜਾਵੇ। ਐਂਡ ਰਹੀ ਗੱਲ ਕੁਆਂਟਿਟੀ ਦੀ, ਅਸੀਂ ਇੱਕ ਲਿਸਟ ਬਣਾਈ ਹੋਈ ਹੈ। ਜਿਵੇਂ ਅਸੀਂ ਬੇਸਿਕ ਚੀਜ਼ਾਂ ਦੀ ਤਾਂ ਕਿਸੇ ਨੂੰ ਟੈਨਸ਼ਨ ਲੈਣ ਦੀ ਲੋੜ ਹੀ ਨਹੀਂ ਗੀ, ਉਹ ਅਸੀਂ ਦਿੰਨੇ ਹੀ ਦਿੰਨੇ ਆ। ਉਸ ਤੋਂ ਇਲਾਵਾ ਜੋ ਕੁਝ ਸਾਡੇ ਕੋਲੇ ਹੁੰਦਾ ਆ, ਜੋ ਕੁਝ ਅਸੀਂ ਦੇ ਸਕਦੇ ਹਾਂ, ਅਸੀਂ ਉਹਨਾਂ ਨੂੰ ਦੱਸਦੇ ਹਾਂ ਐਂਡ ਜੇ ਉਹਨਾਂ ਨੂੰ ਚਾਹੀਦਾ ਅਸੀਂ ਉਸ ਹਿਸਾਬ ਨਾਲ ਉਹਨਾਂ ਨੂੰ ਦੇ ਦਿੰਦੇ ਹਾਂ। ਐਂਡ ਜੋ ਕੁਆਂਟਿਟੀ ਆ ਉਹ ਅਸੀਂ ਦਿੰਦੇ ਹਾਂ 2 ਹਫ਼ਤੇ ਦੇ ਹਿਸਾਬ ਨਾਲ। ਸਾਰੀ ਕੁਆਂਟਿਟੀ ਫਿਕਸਡ ਹੈ, 2 ਹਫ਼ਤੇ ਲਈ ਉਹਨਾਂ ਨੂੰ ਅਸੀਂ ਸਮਾਨ ਦੇਵਾਂਗੇ। ਹਰ 2 ਹਫ਼ਤੇ ਬਾਅਦ ਜਦੋਂ ਵੀ ਉਹਨਾਂ ਨੂੰ ਲੱਗੇ, ਉਹ ਆ ਕੇ ਵਾਪਸ ਆਪਣਾ ਸਾਰਾ ਰਾਸ਼ਨ ਲੈ ਕੇ ਜਾ ਸਕਦੇ ਆ। ਮੈਂ ਇੰਟਰਨੈਸ਼ਨਲ ਸਟੂਡੈਂਟ ਹਾਂ ਅਤੇ ਮੈਨੂੰ 20-22 ਦਿਨ ਹੀ ਹੋਏ ਇੱਥੇ ਆਏ ਸੀਗੇ। ਐਂਡ ਮੈਂ ਬਹੁਤ ਜ਼ਿਆਦਾ ਕਨਫਿਊਜ਼ ਸੀਗਾ ਬਹੁਤ ਸਾਰੀ ਚੀਜ਼ਾਂ ਨੂੰ ਲੈ ਕੇ, ਬਿਕੋਜ਼ ਇੱਥੇ ਆਪਾਂ ਨੂੰ ਬਹੁਤ ਜਲਦੀ ਕੋਈ ਆਪਣਾ ਮਿਲਦਾ ਨਹੀਂ ਜਿਹੜਾ ਆਪਣੀ ਹੈਲਪ ਕਰ ਸਕੇ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ, ਅਕੋਮੋਡੇਸ਼ਨਸ ਲਈ ਐਂਡ ਗਰੋਸਰੀਜ਼ ਲਈ, ਸਮਥਿੰਗ ਲਾਈਕ ਦੈਟ। ਐਂਡ ਜਦੋਂ ਮੈਂ ਇੱਥੇ ਵਿਜ਼ਿਟ ਕੀਤਾ ਅਤੇ ਮੇਰੇ ਫਰੈਂਡਸ ਨੇ ਮੈਨੂੰ ਰੈਫਰ ਕੀਤਾ ਕਿ ਲਾਈਕ ਇੱਥੇ ਗੁਰੂ ਨਾਨਕ ਫੂਡ ਬੈਂਕ ਆ ਜਿਹੜੀ ਇੰਟਰਨੈਸ਼ਨਲ ਸਟੂਡੈਂਟਸ ਦੀ ਬਹੁਤ ਜ਼ਿਆਦਾ ਹੈਲਪ ਕਰਦੀ ਆ। ਅਤੇ ਐਕਚੁਅਲੀ ਮੈਂ ਥੋੜ੍ਹਾ ਕਨਫਿਊਜ਼ ਸੀਗਾ ਆਪਣੀ ਬਹੁਤ ਸਾਰੀ ਚੀਜ਼ਾਂ ਨੂੰ ਲੈ ਕੇ ਵੀ ਮੈਂ ਆਪਣੇ ਅਰੇਂਜਮੈਂਟਸ ਕਿੱਦਾਂ ਕਰ ਪਾਊਂਗਾ, ਨਿੱਕੇ ਅਰੇਂਜਮੈਂਟਸ, ਅਤੇ ਬਿਕੋਜ਼ ਰੈਂਟ ਵੀ ਆ ਜਾਂਦਾ, ਹੋਰ ਵੀ ਬਹੁਤ ਸਾਰੇ ਐਕਸਪੈਂਡੀਚਰਸ ਆ ਜਾਂਦੇ ਜਿਹੜੇ ਕਿ ਹੈਂਡਲ ਕਰਨੇ ਬਹੁਤ ਔਖੇ ਹੋ ਜਾਂਦੇ ਆ ਸਟੂਡੈਂਟਸ ਨੂੰ ਇੱਥੇ। ਅਤੇ ਦੈਨ ਜਦੋਂ ਮੈਂ ਇੱਥੇ ਆਇਆ ਐਂਡ ਇੱਥੋਂ ਦੀ ਲਾਈਕ ਇੰਨਾ ਅੱਛਾ ਸਿਸਟਮ ਲੱਗਿਆ ਕਿ ਇੰਟਰਨੈਸ਼ਨਲ ਸਟੂਡੈਂਟਸ ਦੀ ਈਵਨ ਗਰੋਸਰੀਜ਼ ਲਈ ਹੈਲਪ ਕਰਦੇ ਆ। ਇਫ ਯੂ ਨੀਡ, ਜੇ ਤੁਹਾਨੂੰ ਕੋਈ ਮੈਟਰਸ ਦੀ ਲੋੜ ਆ, ਈਵਨ ਬੈੱਡਸ਼ੀਟਸ ਦੀ ਲੋੜ ਆ ਐਂਡ ਸਮਥਿੰਗ ਲਾਈਕ ਦੈਟ, ਕਿਸੇ ਵੀ ਤਰੀਕੇ ਦੀ ਰਿਕੁਆਇਰਮੈਂਟ ਤੁਹਾਨੂੰ ਹੈਗੀ ਹੈ ਤਾਂ ਤੁਸੀਂ ਈਜ਼ੀਲੀ ਇੱਥੇ ਵਿਜ਼ਿਟ ਕਰ ਸਕਦੇ ਹੋ, ਰਾਈਟ। ਇਹ ਤੁਹਾਨੂੰ ਲਾਈਕ ਕੁਝ ਹੀ ਕੰਡੀਸ਼ਨ, ਸਿਰਫ ਇੱਕ ਅੱਧੀ ਕੰਡੀਸ਼ਨ 'ਤੇ ਹੀ ਮੇਬੀ ਦੇ ਕੇ ਤੁਹਾਨੂੰ ਐਵਰੀਥਿੰਗ ਅਵੇਲੇਬਲ ਕਰਵਾ ਸਕਦੇ ਆ। ਐਂਡ ਜਿਹੜੇ ਸਟੂਡੈਂਟਸ, ਕਈ ਸਟੂਡੈਂਟਸ ਇਹ ਚੀਜ਼ ਬਾਰੇ ਨਹੀਂ ਪਤਾ ਹਜੇ, ਜਿਹੜੇ ਵੈਨਕੂਵਰ, ਸਰੀ ਜਾਂ ਆਪਣੇ ਆਲੇ ਦੁਆਲੇ ਰਹਿ ਰਹੇ ਆ, ਤਾਂ ਮੈਂ ਉਹਨਾਂ ਨੂੰ ਇਹ ਚੀਜ਼ ਕਹਿਣਾ ਚਾਹੂੰਗਾ ਕਿ ਜੇਕਰ ਤੁਹਾਨੂੰ ਫੀ ਕਿਸੇ ਵੀ ਚੀਜ਼ ਦੀ ਲੋੜ ਪੈਂਦੀ ਹੈ ਤਾਂ ਤੁਸੀਂ ਬਿਨਾਂ ਕਿਸੇ ਹਿਚਕਿਚਾਹਟ ਤੋਂ, ਵਿਦਾਊਟ ਹੈਜ਼ੀਟੇਸ਼ਨ ਇੱਥੇ ਵਿਜ਼ਿਟ ਕਰੋ, right, and ਤੁਹਾਨੂੰ ਇਹਦੇ without any charges, without or free of cost, right, from this bank hana you can get the everything, every requirement that you want when nobody is here to help us. So Guru Nanak Food Bank Guru Nanak Food Bank is here. ਜਿਵੇਂ ਕਿ ਸਾਨੂੰ ਗੁਰੂ ਨਾਨਕ ਫੂਡ ਬੈਂਕ ਦੇ ਜਨਰਲ ਸੈਕਟਰੀ ਜਤਿੰਦਰ ਮਿਨਹਾਸ ਉਹਨਾਂ ਨੇ ਦੱਸਿਆ ਹੈ ਕਿ ਇਸ ਫੂਡ ਬੈਂਕ ਦੇ ਵਿੱਚ ਗਰੋਸਰੀ ਦੀਆਂ ਸਾਰੀਆਂ ਆਈਟਮਸ ਮੌਜੂਦ ਨੇ। ਜੇਕਰ ਤੁਸੀਂ ਵੀ ਨਵੇਂ ਇਮੀਗ੍ਰੈਂਟਸ ਹੋ ਜਾਂ ਇੰਟਰਨੈਸ਼ਨਲ ਸਟੂਡੈਂਟਸ ਹੋ, ਤੁਸੀਂ ਵੀ ਬਿਨਾਂ ਹਿਚਕਿਚਾਹਟ ਦੇ ਇੱਥੇ ਆ ਕੇ ਕੋਈ ਵੀ ਆਈਟਮ ਕਿਸੇ ਵੀ ਸਮੇਂ ਲੈ ਸਕਦੇ ਹੋ। ਇਹਨਾਂ ਦੀਆਂ ਫਾਰਮੈਲਿਟੀਜ਼ ਵੀ ਜਿਹੜੀਆਂ ਨੇ ਜ਼ਿਆਦਾ ਨਹੀਂ ਨੇ। ਇਹ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦਾ ਬਹੁਤ ਹੀ ਕਾਬਿਲੇ ਤਾਰੀਫ ਜਿਹੜਾ ਹੈ ਉਪਰਾਲਾ ਕੀਤਾ ਜਾ ਰਿਹਾ ਹੈ। ਕੈਮਰਾਮੈਨ ਰੋਬਿਨ ਕਨੋਜ਼ੀਆ ਦੇ ਨਾਲ ਮੈਂ ਪ੍ਰਦੀਪ ਤਵਨ, VTV ਕੈਨੇਡਾ।